ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਨੰਡੋਲ। ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਪ੍ਰੀਤਮ ਜਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ ਪ੍ਰੀਤਮ ਜਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸ ਘੇਰੇ। ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ। ਘਰ ਕੀ ਨਾਰ ਬਹੁਤ ਜਾਸਿਓ ਸਦਾ ਰਹਿ ਸੰਗ ਲਾਗੀ। ਜਾਵੇ ਹੰਸ ਸਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ। हे विद को व्यवहार बन्यो है दासों नेहो लगायो। अंत बार नानक बिन हर जी को काम न आयो। हे विद को व्यवहार बन्यो है दासों नेहो लगायो। अंत बार नानक बिन हर जी को काम न आयो। को काम न आयो। वाहिगुरु जी का खालसा वाहिगुरु जी की फतेह। गुरु रूप प्यारी साध संगत जीओ। धन धन श्री गुरु तेग बहादुर जी महाराज नौवें पातशाह सतगुरु जी राग सूरत 634 अंक ते सतगुरु जी राही बाणी द्वारा सतगुरु जी समझा रहे ने संसार दे जीवां दी दशा का बयान करते हैं कि मनुख किस तरह संसार विच अपने ही हित वास्ते लाभ वास्ते एक दूसरे नाल जुड़िया होया है। प्रीतम जान लियो मन माही। हे प्यारे इस गल नूं जीव तो अपने हिरदे विच जान ले पक्की कर ले। किहड़ी गल अपने सुख सिउ ही जग फांदे हो को काहू को नाही। अपने सुख करके अपने फायदे करके ही मनुख एक दूसरे नाल जुड़िया होया है। कितने भी सादे नाते ने चाहे पिता दा है माता दा है पति पत्नी दा है पुत्र दा है धीआं दा है। सतगुरु कहते हैं हे जीव जितने भी सारे रिश्तेदार सगे संबंधी ने सब कोई ना कोई हित करके लाभ करके एक दूसरे नाल जुड़े हुए ने। ते जदों मनुख दे उत्ते विपता पैंदी है राव शब्द तो बाद समझाते ने सुख में आन बहुत पिल बैठत रह चौंद सकेरे। सुख दे विच चारे पासे आले दुआले आके सारे ही रिश्तेदार अते परिवार बैठता है। ते मनुख दे कोल सुख दुख पुछते ने
ਜਦੋਂ ਮਨੁੱਖ ਦੇ ਕੋਲ ਮਾਇਆ ਪਦਾਰਥ ਹੋਣ ਤੇ ਸਾਰੇ ਉਹਦੇ ਆਸੇ ਪਾਸੇ ਆਲੇ ਦੁਆਲੇ ਚੱਲ ਤੂੰ ਫਿਰੇ ਬੈਠੇ ਰਹਿੰਦੇ ਨੇ, ਉਹਦੀ ਸੁੱਖ ਸ਼ਾਂਤ ਪੁੱਛਦੇ ਨੇ। ਬਿਪਤ ਪਾਰੀ ਸਭ ਹੀ ਸੰਗ ਸਾੜਤ ਕੋ ਨੂੰ ਆਵਤ ਨੇਰੇ। ਜਦੋਂ ਕੋਈ ਵਿਪਤਾ ਪੈ ਜਾਏ, ਕੋਈ ਸੰਕਟ ਆ ਜਾਏ, ਪਰੇਸ਼ਾਨੀ ਆ ਜਾਏ, ਉਸ ਵੇਲੇ ਜੋ ਸਾਥ ਬੈਠੇ ਹੋਏ ਨੇ ਸਭ ਸਾਥ ਛੱਡ ਦਿੰਦੇ ਨੇ। ਕੋਈ ਨੇੜੇ ਨਹੀਂ ਆਉਂਦਾ, ਕਿਉਂਕਿ ਦੁੱਖ ਹੈ ਅਤੇ ਦੁੱਖ ਵਿੱਚ ਜੀਵ ਨੂੰ ਦੁੱਖ ਵੰਡਾਉਣਾ ਪਏਗਾ। ਜੇ ਮਨੁੱਖ ਨਿਰਧਨ ਹੋ ਗਿਆ ਹੈ ਅਤੇ ਜੀਵ ਸੋਚੇਗਾ ਕਿ ਇਸ ਨੂੰ ਧਨ ਦੇਣਾ ਪਏਗਾ। ਅਤੇ ਸਤਿਗੁਰੂ ਪ੍ਰਮਾਣ ਕਰਦੇ ਨੇ, ਹੇ ਜੀਵ, ਇਹ ਸੰਸਾਰ ਦਾ ਵਿਵਹਾਰ ਐਸਾ ਹੈ, ਇਹ ਸੰਸਾਰ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸਾਰਾ ਹੀ ਵਿਵਹਾਰ, ਸਾਰਾ ਹੀ ਜੀਵਨ ਇਸੇ ਤਰ੍ਹਾਂ ਹੀ ਬਤੀਤ ਹੋ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਹੇ ਜੀਵ, ਕਰ ਕੀ ਨਾਰ ਬਹੁਤ ਰਜਾਸਿਓਂ ਸਦਾ ਰਹਿ ਸੰਗ ਲਾਗੀ। ਘਰ ਦੀ ਇਸਤਰੀ ਅਤੇ ਪਤੀ, ਸਤਿਗੁਰੂ ਸਮਝਾਉਂਦੇ ਨੇ, ਪਤੀ ਪਤਨੀ ਦਾ ਰਿਸ਼ਤਾ ਜੋ ਹੈ ਇਹ ਬਹੁਤ ਉੱਤਮ ਮੰਨਿਆ ਗਿਆ ਹੈ। ਪਰ ਜਦੋਂ ਸਤਿਗੁਰੂ ਕਹਿੰਦੇ ਨੇ, ਜੀਵ, ਇਹ ਜੀਵ ਦੇ ਹਿਰਦੇ ਵਿੱਚੋਂ, ਇਹ ਇਸਤਰੀ ਜਾਂ ਪੁਰਸ਼ ਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਜੋਤ ਨਿਕਲ ਜਾਏ ਅਤੇ ਇਸਤਰੀ ਪਤੀ ਨੂੰ ਕਹਿੰਦੀ ਭੂਤ ਬਣ ਗਿਆ ਅਤੇ ਪਤੀ ਪਤਨੀ ਨੂੰ ਕਹਿੰਦਾ ਹੈ ਕਿ ਇਹ ਭੂਤ ਬਣ ਗਏ ਨੇ। ਇਸ ਦੇਹ ਨੂੰ ਜ਼ਿਆਦਾ ਦੇਰ ਤੱਕ ਘਰ ਵਿੱਚ ਨਹੀਂ ਰੱਖਣਾ। ਸਤਿਗੁਰੂ ਕਹਿੰਦੇ ਨੇ, ਵਿਪਤਾ ਵਿੱਚ ਸਾਰੇ ਨਾਤੇ ਝੂਠੇ ਹੋ ਜਾਂਦੇ ਨੇ, ਸਭ ਸਾਥ ਛੱਡ ਦਿੰਦੇ ਨੇ। ਹੇ ਜੀਵ, ਫਿਰ ਤੂੰ ਕੀ ਕਰਨਾ ਹੈ? ਹੇ ਜੀਵ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਨਾ ਹੈ, ਜਿਹਦੇ ਨਾਲ ਸਾਡਾ ਰਿਸ਼ਤਾ ਪੱਕਾ ਹੈ। ਇਸ ਲੋਕ ਵਿੱਚ ਹੀ ਨਿਭਾਏਗਾ ਪਰਮਾਤਮਾ, ਸਾਡੀ ਲਾਜ ਰੱਖੇਗਾ ਅਤੇ ਪਰਲੋਕ ਵਿੱਚ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਬ ਅੰਸ਼ ਸਜੀ ਕਾਇਆ ਪ੍ਰੇਤ ਪ੍ਰੇਤ ਪ੍ਰਭਾਗੀ। ਜਦੋਂ ਹੀ ਇਸ ਕਾਇਆ ਵਿੱਚੋਂ ਹੰਸ ਭਾਵ ਹੈ ਆਤਮਾ ਨਿਕਲ ਜਾਏਗੀ ਅਤੇ ਸਾਰੇ ਨਾਤੇ ਜੋ ਨੇ ਉਹ ਝੂਠੇ ਬਦਲ ਜਾਣਗੇ। ਪਤਨੀ ਪਤੀ ਨੂੰ ਅਤੇ ਪਤੀ ਪਤਨੀ ਨੂੰ ਕਹੇਗਾ ਕਿ ਇਸ ਨੂੰ ਅਸੀਂ ਘਰ ਨਹੀਂ ਰੱਖਣਾ, ਧੀਆਂ ਹੋਣ, ਪੁੱਤਰ ਹੋਣ, ਸਗੇ ਸੰਬੰਧੀ ਹੋਣ। ਉਸ ਮਨੁੱਖ ਦੀ ਕਾਇਆ ਨੂੰ ਬਹੁਤ ਜਲਦੀ ਘਰੋਂ ਕੱਢ ਦਿੰਦੇ ਨੇ, ਜਲਾ ਦਿੰਦੇ ਨੇ। ਅਤੇ ਸਤਿਗੁਰੂ ਕਹਿੰਦੇ ਨੇ, ਹੇ ਜੀਵ, ਐਸੇ ਨਾਤਿਆਂ ਵਿੱਚੋਂ ਸੁੱਖ ਨਹੀਂ ਮਿਲ ਸਕਦਾ ਕਦੇ ਵੀ। ਸੰਸਾਰ 'ਤੇ ਸੁੱਖ ਮਿਲ ਸਕਦਾ ਹੈ, ਪਰ ਸਦੀਵੀ ਸੁੱਖ ਨਹੀਂ ਮਿਲ ਸਕਦਾ। ਸਦੀਵੀ ਸੁੱਖ ਪ੍ਰਾਪਤ ਕਰਨ ਵਾਸਤੇ ਪ੍ਰਭੂ ਦੀ ਸ਼ਰਨ ਚਾੜਨਾ ਪਏਗਾ। ਸਤਿਗੁਰੂ ਜੀ ਸਮਝਾਉਂਦੇ ਨੇ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨਿਉ ਲਗਾਇਓ। ਹੇ ਜੀ, ਉੱਤੇ ਦੱਸੇ ਹੋਏ ਸਾਰੇ ਹੀ ਵਿਵਹਾਰ ਸਤਿਗੁਰੂ ਕਹਿੰਦੇ ਨੇ ਇਸ ਤਰੀਕੇ ਦੇ ਵਿਵਹਾਰ ਨੇ ਕਿ ਐਸੇ ਵਿਵਹਾਰਾਂ ਵਿੱਚ ਜੀਵ ਨੇ ਆਪਣਾ ਨੇਹੋ ਪ੍ਰੇਮ ਲਾ ਲਿਆ ਹੈ। ਅਤੇ ਫਿਰ ਜੀਵ ਸੋਚਦਾ ਹੈ ਕਿ ਮੈਂ ਪਰਮਾਤਮਾ ਨੂੰ ਚੇਤੇ ਨਾ ਕਰਾਂ, ਪਰ ਸੰਸਾਰ ਵਿੱਚ ਪਰਿਵਾਰ ਚੇਤੇ ਆਏ ਅਤੇ ਪਰਿਵਾਰ ਦੇ ਖਾਤਰ ਜੀਵ ਮਨੁੱਖ ਅਨੇਕਾਂ ਭੁੱਲਾਂ ਕਰਦਾ ਹੈ, ਪਾਪ ਕਰਦਾ ਹੈ, ਪਰ ਉਹ ਸਜ਼ਾ ਵੀ ਮਨੁੱਖ ਨੂੰ ਹੀ ਮਿਲਦੀ ਹੈ। ਅਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਜੀਵ, ਇਸੇ ਵਿਵਹਾਰ ਵਿੱਚੋਂ ਜਿਸ ਵਿੱਚ ਸੰਸਾਰ ਵਿੱਚ ਵਿਚਰ ਰਹੇ ਹਾਂ ਦੁੱਖ ਉਪਜਣਗੇ। ਅਤੇ ਜੇ ਅਸੀਂ ਪਰਮਾਤਮਾ ਨੂੰ ਪ੍ਰੇਮ ਨਿਹੋ ਕਰਾਂਗੇ ਅਤੇ ਉਹਦੇ ਵਿੱਚੋਂ ਸਾਡਾ ਇਹ ਲੋਕ ਅਤੇ ਪਰਲੋਕ ਦੋਨੋਂ ਸਫਲ ਹੋ ਜਾਣਗੇ। ਅੰਤ ਬਾਦ ਨਾਨਕ ਬਿਨ ਹਰਦੀ ਕੋ ਕੰਮ ਨਾ ਆਇਓ। ਅੰਤ ਵੇਲੇ ਸੰਸਾਰ ਵਿੱਚ ਕਿਸੇ ਨੇ ਕੰਮ ਨਹੀਂ ਆਉਣਾ। ਕੰਮ ਆਉਣਾ ਹੈ ਪ੍ਰਭੂ ਦੇ ਨਾਮ ਨੇ ਅਤੇ ਹਰੀ ਨੇ। ਉਸ ਪ੍ਰਭੂ ਦੇ ਨਾਮ ਨੇ ਸਾਡਾ ਸਾਥ ਦੇਣਾ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ। ਕੋਈ ਕਿਤਨਾ ਵੀ ਯਤਨ ਕਰ ਲਏ ਕਿ ਸੰਸਾਰ 'ਤੇ ਅਸੀਂ ਬਹੁਤ ਲੰਮੇ ਚਿਰ ਤੱਕ ਰਹੀਏ, ਆਯੂ ਦਾ ਭੋਗ ਕਰੀਏ, ਪਰ ਇਹ ਗੱਲ ਸੱਤ ਹੈ ਕਿ ਸੰਸਾਰ ਨੂੰ ਛੱਡਣਾ ਪਏਗਾ। ਕੋਈ ਐਸੀ ਦਵਾ ਨਹੀਂ, ਕੋਈ ਐਸੀ ਸ਼ਕਤੀ ਨਹੀਂ ਜੋ ਸੰਸਾਰ 'ਤੇ ਮਨੁੱਖ ਨੂੰ ਸਦਾ ਵਾਸਤੇ ਰਹਿਣ ਦੀ ਇਜਾਜ਼ਤ ਦੇ ਦੇ, ਕਿਉਂਕਿ ਪ੍ਰਕਿਰਤੀ ਨੇ, ਸ੍ਰਿਸ਼ਟੀ ਨੇ ਐਸਾ ਨਿਯਮ ਬਣਾਇਆ ਹੈ ਕਿ ਜੋ ਸਮੇਂ ਦੀ ਆਯੂ ਹੈ, ਉਸ ਆਯੂ ਨੂੰ ਭੋਗਣ ਤੋਂ ਬਾਅਦ ਮਨੁੱਖ ਨੂੰ ਸੰਸਾਰ ਛੱਡਣਾ ਪੈਂਦਾ ਹੈ। ਕਹਿੰਦੇ ਧਰਮਰਾਜ ਜੋ ਸਾਡੇ ਲੇਖੇ ਦਾ ਹਿਸਾਬ ਰੱਖਦਾ ਹੈ, ਇੱਕ ਐਸੀ ਮਨੋਤ ਬਣਾਈ ਹੋਈ ਹੈ ਕਿ ਚਿੱਤਰਗੁਪਤ ਜੋ ਨੇ ਉਹ ਸਾਡਾ ਲੇਖਾ ਲਿਖਦੇ ਨੇ ਅਤੇ ਧਰਮਰਾਜ ਜੋ ਹੈ ਉਹ ਸਾਡੇ ਜੀਵਨ ਦਾ ਜੋ ਕਰਮਾਂ ਦਾ ਹਿਸਾਬ ਕਰਦਾ ਹੈ।
ਕਹਿੰਦੇ ਕਿ ਧਰਮਰਾਜ ਜਦੋਂ ਆਪਣੇ ਸਥਾਨ 'ਤੇ ਘੁੰਮ ਰਿਹਾ ਸੀ ਅਤੇ ਕਹਿੰਦੇ ਨੇ ਉੱਥੋਂ ਰੋਜ਼ ਲੰਘਦਾ ਸੀ। ਇੱਕ ਕਬੂਤਰ ਸੀ, ਉਹ ਜੋ ਕਬੂਤਰ ਸੀ ਉਹਦੇ ਜਿੱਥੇ ਟਹਿਲਦਾ ਸੀ ਉਸ ਘਰ ਵਿੱਚ ਬੈਠਾ ਹੋਇਆ ਸੀ। ਅਤੇ ਧਰਮਰਾਜ ਨੇ ਦੇਖਿਆ ਹੈ, ਵਿਚਾਰ ਕੀਤੀ ਕਿ ਇਸ ਦੀ ਤਾਂ ਅੱਜ ਮੌਤ ਹੋ ਜਾਣੀ ਸੀ, ਪਰ ਇਹ ਕਿੱਥੇ ਬੈਠਾ ਹੈ, ਇਹ ਕਿਸ ਤਰ੍ਹਾਂ ਉੱਥੇ ਪਹੁੰਚੇਗਾ। ਕਿਉਂਕਿ ਧਰਮਰਾਜ ਨੂੰ ਪਤਾ ਸੀ ਕਿ ਇਸ ਦੀ ਜੋ ਜਗ੍ਹਾ ਹੈ, ਸਥਾਨ ਹੈ, ਉਹ ਇਹ ਨਹੀਂ ਹੈ ਜਿੱਥੇ ਬੈਠਾ ਹੈ। ਹੱਸ ਕੇ ਚਲਾ ਗਿਆ ਹੈ। ਕਹਿੰਦੇ ਜਦੋਂ ਐਸਾ ਸਮਾਂ ਸੀ ਪਹਿਲਾਂ, ਜਦੋਂ ਸਤ ਯੁੱਗ ਦੇ ਅੰਦਰ ਜੀਵ ਜੰਤੂ ਪਸ਼ੂ ਪੰਛੀ ਸਨ ਜੋ ਉਹ ਆਪਣੀ ਭਾਸ਼ਾ 'ਚ ਬੋਲਦੇ ਸਨ ਅਤੇ ਮਨੁੱਖ ਉਸ ਨੂੰ ਸਮਝ ਜਾਂਦਾ ਸੀ। ਕਹਿੰਦੇ ਨੇ ਥੋੜ੍ਹੀ ਦੇਰ ਬਾਅਦ ਉੱਥੇ ਨਾਰਦ ਮੁਨੀ ਆਏ ਨੇ। ਨਾਰਦ ਮੁਨੀ ਨੇ ਵੀ ਦੇਖਿਆ ਕਿ ਜੋ ਕਬੂਤਰ ਸੀ ਉਹ ਉਦਾਸ ਬੈਠਾ ਹੋਇਆ ਹੈ ਅਤੇ ਪੁੱਛਣ ਲੱਗਾ, ਬਾਈ ਕੀ ਹੋਇਆ ਹੈ। ਕਹਿਣ ਲੱਗੇ, ਮਹਾਰਾਜ ਅੱਜ ਮੈਨੂੰ ਡਰ ਲੱਗ ਰਿਹਾ ਹੈ ਕਿ ਇੱਥੋਂ ਧਰਮਰਾਜ ਜੀ ਲੰਘੇ ਨੇ, ਉਹ ਮੈਨੂੰ ਦੇਖ ਕੇ ਹੱਸੇ ਨੇ ਅਤੇ ਮੈਨੂੰ ਲੱਗਦਾ ਹੈ ਕਿ ਕੁਛ ਅਣਹੋਣੀ ਘਟਨਾ ਹੋਏਗੀ। ਇਸ ਵਾਸਤੇ ਮੈਨੂੰ ਤੁਸੀਂ ਕਿਤੇ ਦੂਰ ਛੱਡ ਕੇ ਆਓ। ਕਹਿੰਦੇ ਉਸ ਨਾਰਦ ਮੁਨੀ ਨੇ ਉਸ ਕਬੂਤਰ ਨੂੰ ਪਕੜਿਆ ਹੈ ਅਤੇ ਕੈਲਾਸ਼ ਪਰਬਤ 'ਤੇ ਛੱਡ ਕੇ ਆ ਗਏ ਨੇ। ਕਹਿਣ ਲੱਗਿਆ, ਹੁਣ ਇੱਥੇ ਰਹੋ, ਇੱਥੇ ਤੈਨੂੰ ਕੋਈ ਕਿਸੇ ਦਾ ਡਰ ਨਹੀਂ, ਨਿਸ਼ਚਿੰਤ ਹੋ ਕੇ ਇੱਥੇ ਰਹੇ। ਕਹਿੰਦੇ ਨੇ ਕੁਛ ਸਮਾਂ ਹੋਇਆ ਹੈ, ਨਾਰਦ ਮੁਨੀ ਜਦੋਂ ਧਰਮਰਾਜ ਕੋਲ ਆਏ ਨੇ ਅਤੇ ਕਹਿਣ ਲੱਗੇ, ਮਹਾਰਾਜ ਤੁਸੀਂ ਦੱਸੋ ਕਿ ਅੱਜ ਇੱਕ ਕਬੂਤਰ ਪੰਛੀ ਨੂੰ ਦੇਖ ਕੇ ਤੁਸੀਂ ਹੱਸੇ ਕਿਉਂ ਹੋ। ਕਹਿਣ ਲੱਗੇ, ਨਾਰਦ ਮੁਨੀ ਜੀ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਂ ਇਸ ਵਾਸਤੇ ਹੱਸਿਆ ਸੀ ਕਿ ਇਸ ਦੀ ਅੱਜ ਮੌਤ ਹੋ ਜਾਣੀ ਹੈ, ਇਹਦਾ ਜੰਤ ਹੋ ਜਾਣਾ ਹੈ, ਪਰ ਇਸ ਦੀ ਮਰਨ ਦੀ ਜਗ੍ਹਾ ਸੀ ਜੋ ਉਹ ਕੈਲਾਸ਼ ਪਰਬਤ ਹੈ। ਇਹ ਇੱਥੇ ਬੈਠਾ ਹੋਇਆ ਅਤੇ ਦੂਰੀ ਬਹੁਤ ਲੰਬੀ ਹੈ, ਬਹੁਤ ਦੂਰ ਕਿਸ ਤਰ੍ਹਾਂ ਪਹੁੰਚੇਗਾ, ਕਿਉਂਕਿ ਪ੍ਰਕਿਰਤੀ ਦਾ ਨਿਯਮ ਹੈ, ਜਗ੍ਹਾ ਜੋ ਹੈ ਨਿਸ਼ਚਿਤ ਹੈ ਮਨੁੱਖ ਦੀ, ਦੂਸਰਾ ਸਮੇਂ ਨਿਸ਼ਚਿਤ ਹੈ ਮਨੁੱਖ ਦਾ, ਅਤੇ ਤੀਸਰਾ ਕਾਰਨ ਨਿਸ਼ਚਿਤ ਹੈ ਮਨੁੱਖ ਦਾ। ਜਦੋਂ ਕਾਰਨ, ਜਗ੍ਹਾ ਅਤੇ ਸਮੇਂ ਨੂੰ ਤਿੰਨ ਇਕੱਤਰ ਹੋ ਜਾਂਦੇ ਨੇ ਅਤੇ ਉਸ ਵੇਲੇ ਆਪਾਂ ਕਹਿੰਦੇ ਕਿ ਹੋਣੀ ਦਾ ਭਾਵ ਹੈ ਉਸ ਮਨੁੱਖ ਦਾ ਅੰਤ ਹੋ ਜਾਂਦਾ ਹੈ, ਜਿਹਦੀਆਂ ਤਿੰਨੇ ਚੀਜ਼ਾਂ ਇੱਕ ਜਗ੍ਹਾ 'ਤੇ ਮਿਲ ਜਾਂਦੀਆਂ ਨੇ। ਜਗ੍ਹਾ, ਸਮੇਂ ਅਤੇ ਕਾਰਨ, ਇਹਨਾਂ ਦਾ ਮਿਲਣਾ ਬੜਾ ਔਖਾ ਹੈ। ਉਸ ਦਿਨ ਮਿਲਦੇ ਨੇ, ਇਸ ਦਿਨ ਮਨੁੱਖ ਦਾ ਸੰਸਾਰ ਤੋਂ ਜਾਣਾ ਤੈਅ ਹੁੰਦਾ ਹੈ। ਕਹਿੰਦੇ ਨੇ ਨਾਰਦ ਮੁਨੀ ਬੜਾ ਹੈਰਾਨ ਹੋਇਆ। ਕਹਿਣ ਲੱਗੇ, ਮਹਾਰਾਜ ਮੈਂ ਤਾਂ ਉਸਨੂੰ ਕੈਲਾਸ਼ਪੁਰ ਛੱਡ ਕੇ ਆ ਗਿਆ। ਕਹਿਣ ਲੱਗੇ, ਨਾਰਦ ਮੁਨੀ ਜੀ ਉਹਦਾ ਅੰਤ ਕੈਲਾਸ਼ ਪਰਬਤ 'ਤੇ ਹੋਣਾ ਸੀ, ਤੁਸੀਂ ਉਸ ਨੂੰ ਸਹੀ ਜਗ੍ਹਾ 'ਤੇ ਪਹੁੰਚਾ ਕੇ ਆਏ ਹੋ। ਕਹਿਣ ਲੱਗੇ, ਨਹੀਂ ਮਹਾਰਾਜ ਉਹ ਤਾਂ ਬੜਾ ਭੈਭੀਤ ਸੀ, ਬੜਾ ਡਰਿਆ ਹੋਇਆ ਸੀ। ਕਹਿਣ ਲੱਗਿਆ, ਇੱਥੇ ਕੋਈ ਅਨਰਥ ਨਾ ਹੋ ਜਾਏ, ਇਸ ਵਾਸਤੇ ਮੈਨੂੰ ਤੁਸੀਂ ਉੱਥੇ ਲੈ ਕੇ ਚਲੋ ਜਿੱਥੇ ਕੋਈ ਡਰ ਨਾ ਹੋਏ। ਕਹਿਣ ਲੱਗਿਆ, ਮੈਂ ਉਸਨੂੰ ਕੈਲਾਸ਼ ਪਰਬਤ 'ਤੇ ਛੱਡ ਕੇ ਆ ਗਿਆ ਕਿ ਹੁਣ ਇੱਥੇ ਰਹੇ, ਪਰਮਾਤਮਾ ਦੀ ਨਗਰੀ ਹੈ, ਇੱਥੇ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਧਰਮਰਾਜ ਕਹਿਣ ਲੱਗੇ, ਉਹਦਾ ਸਥਾਨ ਸੀ ਜਗ੍ਹਾ, ਉੱਥੇ ਉਹ ਪਹੁੰਚ ਗਿਆ ਹੈ, ਅੱਜ ਉਸ ਦੀ ਮ੍ਰਿਤੂ ਹੋ ਜਾਣੀ ਹੈ। ਜੋ ਸੰਸਾਰ 'ਤੇ ਜੀਵਨ ਹੈ, ਇਸ ਨੇ ਸਮਾਪਤ ਹੋਣਾ ਹੈ। ਇਸ ਜੀਵਨ ਦੀ ਸਮਾਪਤੀ ਤੋਂ ਪਹਿਲੇ ਸਾਡਾ ਜੋ ਮਨ ਹੈ ਉਹ ਸ਼ਮਸ਼ਾਨ ਤੱਕ, ਸਰੀਰ ਸ਼ਮਸ਼ਾਨ ਤੱਕ ਪਹੁੰਚੇ, ਪਰ ਮਨ ਭਗਵਾਨ ਤੱਕ ਪਹੁੰਚ ਜਾਣਾ ਚਾਹੀਦਾ ਹੈ। ਜਿਤਨੇ ਵੀ ਸੰਸਾਰ 'ਚ ਆਪਾਂ ਦੇਖਦੇ ਹਾਂ ਗ੍ਰਸਤ ਜੀਵਨ ਦੇ ਨਾਤੇ ਨੇ, ਜਦ ਤੱਕ ਸਾਡਾ ਸਰੀਰ ਹੈ, ਜੀਵਤ ਹਾਂ, ਨਿਭਾਉਣੇ ਨੇ। ਇਹਨਾਂ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਪਰਮਾਤਮਾ ਦੀ ਯਾਦ ਹਮੇਸ਼ਾ ਰੱਖਣੀ ਹਿਰਦੇ ਵਿੱਚ, ਕਿਉਂਕਿ ਉਸ ਪਰਮਾਤਮਾ ਦਾ ਜੀਵਨ ਹੈ, ਜਿਸ ਪ੍ਰਭੂ ਨੇ ਜੀਵਨ ਦਿੱਤਾ ਹੈ, ਉਹਦਾ ਸ਼ੁਕਰਾਨਾ ਤੇ ਬਣਦਾ ਹੈ ਸਾਡੇ ਕੋਲ ਕਰਨਾ।
ਅਸੀਂ ਉਹਦੇ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਦਾ, ਪ੍ਰਭੂ ਦਾ, ਕਿ ਹੇ ਸਤਿਗੁਰੂ, ਇਹ ਦਿਨ ਚੜ੍ਹਿਆ ਹੈ ਤੇਰੀ ਕਿਰਪਾ ਦੇ ਨਾਲ, ਇਹ ਭੋਜਨ ਖਾਣ ਨੂੰ ਮਿਲਿਆ ਹੈ ਤੇਰੀ ਕਿਰਪਾ ਦੇ ਨਾਲ, ਇਹ ਸੁੱਖ ਮਿਲੇ ਨੇ ਤੇਰੀ ਕਿਰਪਾ ਦੇ ਨਾਲ, ਇਹ ਰਾਤ ਆਈ ਹੈ ਤੇਰੀ ਕਿਰਪਾ ਦੇ ਨਾਲ। ਅਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਜਦੋਂ ਸ਼ੁਕਰਾਨਾ ਕਰਦੇ ਰਹਾਂਗੇ ਅਤੇ ਪ੍ਰਭੂ ਦੀ ਕਿਰਪਾ ਸਾਡੇ 'ਤੇ ਬਣੀ ਰਹੇਗੀ। ਸਤਿਗੁਰੂ ਜੀ ਦਾ ਫਰਮਾਨ ਹੈ ਕਿ ਇਹ ਬਿਦ ਕੋ ਵਿਵਹਾਰ ਬਣਿਓ ਹੈ, ਦਾਸੋ ਨਿਉ ਲਗਾਇਓ, ਅੰਤ ਬਾਦ ਨਾਨਕ ਬਿਨ ਹਰਦੀ ਕੋ ਕਾਮ ਨ ਆਇਓ। ਇਹ ਸਾਰੇ ਹੀ ਜਿਤਨੇ ਵਿਵਹਾਰ ਨੇ ਸੰਸਾਰ ਦੇ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆ ਹੀ ਸਾਨੂੰ ਮਿਲਦੇ ਨੇ। ਜਿਸ ਦਿਨ ਸੰਸਾਰ ਛੱਡ ਕੇ ਕੁਛ ਨਹੀਂ ਰਹੇਗਾ ਪੱਲੇ। ਸਤਿਗੁਰੂ ਕਹਿੰਦੇ ਨੇ, ਹੇ ਜੀਵ, ਇਸ ਵਿਵਹਾਰਾਂ ਵਿੱਚੋਂ ਵਿਵਹਾਰ ਕਰਦੇ ਹੋਏ ਪਰ ਅਸੀਂ ਇਹਦੇ ਨਾਲ ਨਿਹੋ ਨਹੀਂ ਕਰਨਾ, ਇਤਨਾ ਪ੍ਰੇਮ ਨਹੀਂ ਕਰਨਾ ਕਿ ਸੰਸਾਰ ਉਲਝ ਜਾਈਏ, ਪਰਮਾਤਮਾ ਸਾਨੂੰ ਚੇਤੇ ਆਉਣਾ ਹੀ ਬੰਦ ਹੋ ਜਾਏ। ਪ੍ਰਭੂ ਨੂੰ ਚੇਤੇ ਰੱਖਣਾ ਹੈ। ਸਤਿਗੁਰੂ ਕਿਰਪਾ ਕਰ ਦੇਣਗੇ। ਅੰਤ ਬਾਦ ਨਾਨਕ ਬਿਨ ਹਰਿ ਕੋ ਕਾਮ ਨ ਆਇਓ। ਹਰੀ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ ਸਾਡੇ ਕਿਸੇ ਵੀ ਸੰਸਾਰ ਦੇ ਨਾਤੇ ਨੇ ਸਾਡੇ ਕੰਮ ਨਹੀਂ ਆਉਣਾ। ਕਿਸੇ ਵੀ ਪਰਿਵਾਰ ਦੇ ਜੀਵ ਨੇ, ਰਿਸ਼ਤੇਦਾਰ ਨੇ, ਸਗੇ ਸੰਬੰਧੀ ਨੇ, ਸਮਾਜ ਨੇ, ਦੇਸ਼ ਕੌਮ ਨੇ, ਸਾਡੀ ਕੋਈ ਰੱਖਿਆ ਨਹੀਂ ਕਰਨੀ। ਅਤੇ ਰੱਖਿਆ ਕਰਨ ਵਾਲਾ ਪਰਮਾਤਮਾ ਪ੍ਰਭੂ ਹੈ, ਉਹਦਾ ਨਾਮ ਹੈ। ਇਸ ਵਾਸਤੇ ਸਾਡਾ ਭਰੋਸਾ ਵੀ ਪ੍ਰਭੂ 'ਤੇ ਹੋਣਾ ਚਾਹੀਦਾ ਹੈ, ਤਾਂ ਕਿ ਜਦੋਂ ਸੰਸਾਰ ਦੇ ਜੀਵਨ ਦੀ ਬਾਜੀ ਅਸੀਂ ਸੰਸਾਰ ਤੋਂ ਜਾਈਏ ਅਤੇ ਜਿੱਤ ਕੇ ਜਾਈਏ, ਹਾਰ ਕੇ ਨਾ ਜਾਈਏ। ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਆ ਕੇ ਜੁੜੇ। ਵਾਹਿਗੁਰੂ ਜੀ ਆਪ 'ਤੇ ਕਿਰਪਾ ਕਰਨ ਅਤੇ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਆਪ ਜੀ ਦੀ ਪ੍ਰੀਤ ਬਣੀ ਰਹੇ। ਦਾਸ ਗੁਰੂ ਦੀ ਬਾਣੀ ਵਿੱਚ ਵਡਿਆਈਆਂ ਕਰਦੇ ਆ, ਨੇਕਾਂ ਭੁੱਲਾਂ ਹੋਈਆਂ ਨੇ, ਗੁਰੂ ਅਤੇ ਗੁਰੂ ਦੀ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।